ਕਿੱਸਾ ਕਾਵਿ ਵਿੱਚ ਅੱਜ ਆਪਾਂ ਪੀਲੂ ਕਰਾਂਗੇ। ਪੀਲੂ ਨੂੰ ਪੰਜਾਬੀ ਦਾ ਕਿੱਸੇਕਾਰ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਪਹਿਲੇ ਦੌਰ ਦਾ ਕਵੀ ਵੀ ਕਿਹਾ ਜਾਂਦਾ ਹੈ। ਪਹਿਲੇ ਦੌਰ ਦਾ ਕਵੀ ਕਹਾ ਜਾਂਦਾ ਹੈ। ਇਹਨਾਂ ਦਾ ਜਿਹੜਾ ਸਮਾਂ ਸੀਗਾ ਉਹ 16ਵੀਂ ਤੇ 17ਵੀਂ ਸਦੀ ਵਿੱਚ ਸੀਗਾ। ਪੀਲੂ ਨੇ ਜਿਹੜਾ ਕਿੱਸਾ ਲਿਖਿਆ ਉਹ 16ਵੀਂ ਤੇ 17ਵੀਂ ਸਦੀ ਦੇ ਵਿੱਚ ਲਿਖਿਆ ਸੀਗਾ। ਤੇ ਇਸ ਦੀ ਜਿਹੜੀ ਸ਼ਾਹਕਾਰ ਰਚਨਾ ਹੈਗੀ ਹੈ ਪੀਲੂ ਦੀ, ਉਹ ਹੈਗੀ ਆ ਮਿਰਜ਼ਾ ਸਾਹਿਬਾ। ਇਹ ਯਾਦ ਰੱਖਣਾ ਹੈਗਾ। ਪੀਲੂ ਦਾ ਜਿਹੜਾ ਕਿੱਸਾ ਮਸ਼ਹੂਰ ਹੋਇਆ ਹੈਗਾ ਉਹ ਕਿਹੜਾ ਹੋਇਆ ਹੈਗਾ? ਮਿਰਜ਼ਾ ਸਾਹਿਬਾ, ਜਿਸ ਨੂੰ ਸ਼ਾਹਕਾਰ ਰਚਨਾ ਵੀ ਕਹਾ ਜਾਂਦਾ ਹੈਗਾ। ਕਿੱਸਾ ਕਾਵਿ ਵਿੱਚ ਆਪਾਂ ਨੂੰ ਕਈ ਕਿੱਸੇ ਮਿਲਦੇ ਹੈਗੇ ਆ, ਜਿਵੇਂ ਤੁਸੀਂ ਪੰਜਾਬੀ ਵਿੱਚ ਸੁਣਿਆ ਹੋਵੇਗਾ, ਹੀਰ ਰਾਂਝਾ, ਸੋਹਣੀ ਮਹਿਵਾਲ, ਯੂਸਫ ਜਲੇਖਾ, ਤੇ ਹੋਰ ਵੀ ਕਈ ਕਿੱਸੇ ਮਿਲਦੇ ਆ ਜਿਵੇਂ ਸੱਸੀ ਪੁੰਨੂ। ਤਾਂ ਇਹਨਾਂ ਵਿੱਚੋਂ ਪੀਲੂ ਨੇ ਜਿਹੜਾ ਕਿੱਸਾ ਲਿਖਿਆ ਸੀ ਉਹ ਸੀ ਮਿਰਜ਼ਾ ਸਾਹਿਬਾ। ਇਸ ਕਰਕੇ ਇਸ ਨੂੰ ਬਹੁਤ ਜ਼ਿਆਦਾ ਕੀ ਮਿਲੀ ਸੀ? ਪ੍ਰਸਿੱਧੀ ਮਿਲੀ ਸੀਗੀ। ਸਭ ਤੋਂ ਪਹਿਲਾਂ ਮਿਰਜ਼ਾ ਸਾਹਿਬਾ ਦਾ ਕਿੱਸਾ ਕਿਸਨੇ ਲਿਖਿਆ ਸੀ? ਪੀਲੂ ਨੇ ਲਿਖਿਆ ਸੀ। ਉਸ ਤੋਂ ਬਾਅਦ ਹਾਫਿਜ਼ ਬਰਖੁਰਦਾਰ ਨੇ ਵੀ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ ਸੀ। ਪਰੰਤੂ ਸਭ ਦਾ ਜਿਹੜਾ ਕਿੱਸਾ ਕਾਵਿ ਦਾ ਮੋਢੀ ਜਾਂ ਮਿਰਜ਼ਾ ਸਾਹਿਬਾ ਕਿੱਸੇ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈਗਾ? ਪੀਲੂ ਨੂੰ ਮੰਨਿਆ ਜਾਂਦਾ ਹੈਗਾ। ਹੁਣ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਤੇ ਮਿਰਜ਼ਾ ਸਾਹਿਬਾ ਵਿੱਚ ਕੀ ਵਿਸ਼ੇਸ਼ਤਾ ਮਿਲਦੀਆਂ ਹਨ। ਜਿਹੜਾ ਪੀਲੂ ਦਾ ਮਿਰਜ਼ਾ ਸਾਹਿਬਾ ਹੈਗਾ ਉਸ ਵਿੱਚ ਜਿਹੜੀ ਪਹਿਲੀ ਵਿਸ਼ੇਸ਼ਤਾ ਮਿਲਦੀ ਹੈਗੀ ਆ ਉਹ ਹੈਗੀ ਆ ਸੱਦ ਕਾਵੀ ਰੂਪ। ਪੀਲੂ ਨੇ ਜਿਹੜਾ ਇਹ ਕਾਵੀ ਕਿੱਸਾ ਲਿਖਿਆ ਹੈਗਾ ਉਹ ਕਿਹੜੇ ਰੂਪ ਵਿੱਚ ਮਿਲਦਾ ਹੈਗਾ? ਸੱਦ ਕਾਵੀ ਰੂਪ ਵਿੱਚ। ਤੁਸੀਂ ਇਹ ਸਾਰੇ ਪੁਆਇੰਟ ਯਾਦ ਕਰ ਲੈਣੇ ਹੈਗੇ ਆ ਜਿਹੜੇ ਮੈਂ ਲਿਖਾ ਰਿਹਾ ਹੈਗਾ। ਇਹ ਵੀ ਯਾਦ ਕਰਨਾ ਹੈਗਾ ਕਿ ਪੀਲੂ ਨੂੰ ਪੰਜਾਬੀ ਦਾ ਕਿੱਸੇਕਾਰ, ਪਹਿਲੇ ਦੌਰ ਦਾ ਕਵੀ ਤੇ 16ਵੀਂ 17ਵੀਂ ਸਦੀ ਦਾ ਕਵੀ ਕਿਹਾ ਜਾਂਦਾ ਹੈਗਾ। ਤੇ ਇਸ ਦੀ ਜਿਹੜੀ ਸ਼ਾਹਕਾਰ ਰਚਨਾ ਹੈਗੀ ਆ ਉਹ ਮਿਰਜ਼ਾ ਸਾਹਿਬਾ ਹੈਗੀ ਆ। ਤੇ ਹੁਣ ਮਿਰਜ਼ਾ ਸਾਹਿਬਾ ਵਿੱਚ ਆਪਾਂ ਇਹ ਕਿਹੜੇ ਰੂਪ ਵਿੱਚ ਮਿਲਦੀ ਹੈਗੀ ਆ? ਇਹ ਪੀਲੂ ਨੇ ਸਦਕਾਵੀ ਰੂਪ ਵਿੱਚ ਲਿਖੀ ਹੈਗੀ ਹੈ ਮਿਰਜ਼ਾ ਸਾਹਿਬਾ ਕਿੱਸਾ ਜਿਹੜਾ। ਇੱਕ ਦੂਜੀ ਵਿਸ਼ੇਸ਼ਤਾ ਇਹ ਹੈਗੀ ਹੈ ਕਿ ਲਿਖਤੀ ਰੂਪ ਵਿੱਚ ਨਹੀਂ ਮਿਲਦਾ। ਜਿਹੜਾ ਪੀਲੂ ਦਾ ਇਹ ਕਿੱਸਾ ਹੈਗਾ ਉਹ ਲਿਖਤੀ ਰੂਪ ਵਿੱਚ ਨਹੀਂ ਮਿਲਦਾ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਅਗਲੀ ਜਿਹੜੀ ਮਿਰਜ਼ਾ ਸਾਹਿਬਾ ਦੀ ਵਿਸ਼ੇਸ਼ਤਾ ਇਹ ਹੈਗੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਕਿੱਸਾ ਲਿਖਿਆ ਹੈਗਾ ਮਿਰਜ਼ਾ ਸਾਹਿਬਾ ਦਾ ਉਹ ਕਿਹਨੇ ਲਿਖਿਆ ਹੈਗਾ? ਪੀਲੂ ਨੇ ਲਿਖਿਆ ਹੈਗਾ। ਉਸ ਤੋਂ ਬਾਅਦ ਹਾਫਿਜ਼ ਬਰਖੁਰਦਾਰ ਨੇ ਲਿਖਿਆ ਸੀ ਮਿਰਜ਼ਾ ਸਾਹਿਬਾ ਦਾ ਕਿੱਸਾ। ਅਗਲੀ ਵਿਸ਼ੇਸ਼ਤਾ ਇਸ ਦੀ ਮਿਰਜ਼ਾ ਸਾਹਿਬਾ ਦੀ ਇਹ ਹੈਗੀ ਆ ਕਿ ਇਹ ਨਵਾਬ ਜਫਰ ਨੂੰ ਖੁਸ਼ ਕਰਨ ਲਈ ਲਿਖਿਆ ਗਿਆ ਸੀ। ਪੀਲੂ ਨੇ ਨਵਾਬ ਜਫਰ ਨੂੰ ਖੁਸ਼ ਕਰਨ ਦੇ ਲਈ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ ਸੀ। ਅਗਲੀ ਜਿਹੜੀ ਵਿਸ਼ੇਸ਼ਤਾ ਇਸ ਵਿੱਚ ਮਿਲਦੀ ਹੈਗੀ ਆ ਕਿ ਇਹ ਜਿਹੜੀ ਘਟਨਾ ਹੈਗੀ ਆ ਇਹ ਜਹਾਂਗੀਰ ਦੇ ਸਮੇਂ ਵਰਤੀ ਸੀ। ਉਦੋਂ ਮੁਗਲ ਬਾਦਸ਼ਾਹ ਕਿਹੜੀ ਸੀ? ਜਹਾਂਗੀਰ ਸੀਗਾ। ਉਸ ਦੇ ਸਮੇਂ ਮਿਰਜ਼ਾ ਸਾਹਿਬਾ ਦੀ ਘਟਨਾ ਵਾਪਰੀ ਸੀ ਜਹਾਂਗੀਰ ਦੇ ਸਮੇਂ। ਇੱਕ ਤੁਸੀਂ ਇਹ ਵੀ ਯਾਦ ਰੱਖਣਾ ਹੈਗਾ, ਘਟਨਾ ਤਾਂ ਜਹਾਂਗੀਰ ਦੇ ਸਮੇਂ ਵਾਪਰੀ ਸੀ, ਪਰੰਤੂ ਜਿਹੜਾ ਸਮਕਾਲੀ ਸੀਗਾ ਪੀਲੂ ਉਹ ਸੀਗਾ ਅਕਬਰ ਦਾ ਸੀਗਾ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਸੀਗਾ। ਗੁਰੂ ਅਰਜਨ ਦੇਵ ਜੀ। ਕਈ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਪੀਲੂ ਸ਼ਾਹਜਹਾਂ ਤੇ ਜਹਾਂਗੀਰ ਦਾ ਵੀ ਸਮਕਾਲੀ ਸੀਗਾ, ਪਰੰਤੂ ਜ਼ਿਆਦਾਤਰ ਇਹ ਅਕਬਰ ਦਾ ਤੇ ਜਹਾਂਗੀਰ ਦਾ ਹੀ ਸਮਕਾਲੀ ਸੀਗਾ। ਇਹ ਯਾਦ ਰੱਖਣਾ ਹੈਗਾ। ਜਿਸ ਨੂੰ ਆਪਸ਼ਨਾਂ ਵਿੱਚ ਅਕਬਰ ਲਿਖਿਆ ਹੈਗਾ ਤਾਂ ਬੜੀ ਚੰਗੀ ਗੱਲ ਹੈ, ਨਹੀਂ ਤਾਂ ਜਹਾਂਗੀਰ ਲਿਖਿਆ ਹੋਵੇ ਉਹ ਵੀ ਕਰੈਕਟ ਹੈਗਾ। ਅਗਲੀ ਮਿਰਜ਼ਾ ਸਾਹਿਬਾ ਦੀ ਪੀਲੂ ਦੀ ਵਿਸ਼ੇਸ਼ਤਾ ਇਹ ਹੈਗੀ ਆ ਕਿ ਇਸ ਵਿੱਚ ਜ਼ਗੀਰਦਾਰੀ ਪ੍ਰਣਾਲੀ ਦਾ ਵਿਰੋਧ ਕੀਤਾ ਗਿਆ ਹੈਗਾ। ਜਿਹੜੀ ਜ਼ਗੀਰਦਾਰੀ ਪ੍ਰਣਾਲੀ ਸੀਗੀ, ਬੰਦਾ ਬਹਾਦਰ ਨੇ ਵੀ ਇਸ ਨੂੰ ਖਤਮ ਕੀਤਾ ਸੀਗਾ, ਜ਼ਗੀਰਦਾਰੀ ਪ੍ਰਣਾਲੀ ਨੂੰ। ਇਸ ਪ੍ਰਣਾਲੀ ਦਾ ਪੀਲੂ ਨੇ ਕੀ ਕੀਤਾ ਹੈਗਾ? ਵਿਰੋਧ ਕੀਤਾ ਹੈਗਾ ਆਪਣੇ ਕਿੱਸੇ ਵਿੱਚ। ਤੇ ਜਿਹੜੀ ਇਹ ਘਟਨਾ ਹੈਗੀ ਆ ਮਿਰਜ਼ਾ ਸਾਹਿਬਾ ਦੀ, ਇਹ ਵਾਪਰੀ ਸੀ 1627 ਤੋਂ 1658 ਈੜੀ ਦੇ ਵਿਚਕਾਰ ਵਾਪਰੀ ਹੈਗੀ ਆ। ਜਾਣੀ ਕਿ ਉਸ ਸਮੇਂ ਜਹਾਂਗੀਰ ਤੇ ਅਕਬਰ ਦਾ ਸ਼ਾਸਨ ਸੀਗਾ, ਜ਼ਿਆਦਾਤਰ ਜਹਾਂਗੀਰ ਦਾ ਹੀ ਸ਼ਾਸਨ ਸੀਗਾ। ਇਸ ਤੋਂ ਇਲਾਵਾ
ਇਸ ਵਿੱਚ ਮਿਰਜ਼ਾ ਸਾਹਿਬਾ ਵਿੱਚ ਪੀਲੂ ਨੇ ਜਿਹੜੀ ਬੋਲੀ ਵਰਤੀ ਹੈਗੀ ਹੈ, ਬੋਲੀ ਉਹ 3 ਤਰ੍ਹਾਂ ਦੀ ਬੋਲੀ ਮਿਲਦੀ ਹੈਗੀ ਹੈ। ਇੱਕ ਮਾਝੀ ਹੈਗੀ ਆ, ਇੱਕ ਠੇਠ ਪੰਜਾਬੀ ਮਿਲਦੀ ਹੈਗੀ ਆ, ਤੇ ਇੱਕ ਕੇਂਦਰੀ ਪੰਜਾਬੀ ਮਿਲਦੀ ਹੈਗੀ ਆ। ਇਹ ਤਿੰਨੇ ਹੀ ਤੁਸੀਂ ਯਾਦ ਰੱਖਣਾ ਹੈਗਾ, ਮਾਝੀ, ਠੇਠ ਪੰਜਾਬੀ ਤੇ ਕੇਂਦਰੀ ਪੰਜਾਬੀ। ਇਸ ਤੋਂ ਇਲਾਵਾ ਜਿਹੜੇ ਰਸ ਵਰਤੇ ਹੈਗੇ ਆ ਇਸ ਕਿੱਸੇ ਵਿੱਚ, ਉਹ ਹੈਗੇ ਆ ਸ਼ਿੰਗਾਰ ਰਸ, ਬੀਰ ਰਸ ਤੇ ਕਰੂਣਾ ਰਸ। ਇਹ 3 ਰਸ ਵੀ ਤੁਸੀਂ ਯਾਦ ਰੱਖਣੇ ਹੈਗੇ ਆ। ਇਸ ਤੋਂ ਇਲਾਵਾ ਅਲੰਕਾਰ ਵੀ ਮਿਲਦੇ ਹੈਗੇ ਆ ਕਿੱਸੇ ਵਿੱਚ। ਉਹ ਅਲੰਕਾਰ ਹੈਗਾ ਅਤੀ ਕਥਨੀ। ਅਤੀ ਕਥਨੀ ਅਲੰਕਾਰ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਹੈਗਾ ਪੀਲੂ ਨੇ ਆਪਣੇ ਕਿੱਸੇ ਮਿਰਜ਼ਾ ਸਾਹਿਬਾ ਵਿੱਚ। ਇਸ ਤੋਂ ਇਲਾਵਾ ਪੀਲੂ ਨੇ ਅਰਬੀ, ਫਾਰਸੀ, ਸੰਸਕ੍ਰਿਤ ਤੇ ਬਿਰਜ ਭਾਸ਼ਾ, ਇਹਨਾਂ ਤਿੰਨਾਂ ਦਾ ਇਸ 'ਤੇ ਕੋਈ ਪ੍ਰਭਾਵ ਨਹੀਂ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ ਕਿ ਫਾਰਸੀ, ਸੰਸਕ੍ਰਿਤ ਤੇ ਬਿਰਜ ਭਾਸ਼ਾ ਦਾ ਪੀਲੂ 'ਤੇ ਕੋਈ ਪ੍ਰਭਾਵ ਨਹੀਂ ਸੀ, ਇਹਨਾਂ ਦਾ ਪ੍ਰਯੋਗ ਨਹੀਂ ਹੋਇਆ ਹੈਗਾ ਕਿਸੇ ਵਿੱਚ। ਇਸ ਤੋਂ ਇਲਾਵਾ ਜਿਹੜਾ ਇਹ ਕਿੱਸਾ ਹੈਗਾ ਇਹ ਵਧੇਰੇ ਯਥਾਰਥਕ ਹੈਗਾ। ਇਹ ਸਾਰੀਆਂ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਕਿ ਪੀਲੂ ਦਾ ਜਿਹੜਾ ਇਹ ਕਿੱਸਾ ਹੈਗਾ ਇਹ ਯਥਾਰਥਕ ਹੈਗਾ ਵਧੇਰੇ। ਇਸ ਤੋਂ ਇਲਾਵਾ ਇਸ ਵਿੱਚ ਦੋਹਰੇ ਛੰਦ ਦੀ ਵਰਤੋਂ ਕੀਤੀ ਗਈ ਹੈਗੀ ਆ, ਦੋਹਰੇ ਛੰਦ ਦੀ ਵਰਤੋਂ ਕੀਤੀ ਗਈ ਹੈ। ਜ਼ਿਆਦਾਤਰ ਇਹ ਛੰਦ 4 ਤੁਕਾਂ ਵਾਲਾ ਵਰਤਿਆ ਗਿਆ ਹੈਗਾ, 4 ਤੁਕਾਂ ਵਾਲਾ ਛੰਦ ਵਰਤਿਆ ਗਿਆ ਹੈਗਾ। ਇਸ ਤੋਂ ਇਲਾਵਾ ਜਿਹੜਾ ਬਿਰਤਾਂਤ ਹੈਗਾ ਕਿਸੇ ਦਾ, ਉਹ ਸੂਤਰਕ ਤੇ ਨਾਟਕੀ ਹੈਗਾ। ਇਹ ਯਾਦ ਰੱਖਣਾ ਹੈਗਾ, ਸੂਤਰਕ ਤੇ ਨਾਟਕੀ ਹੈਗਾ। ਇਹਨੀਆਂ ਸਾਰੀਆਂ ਗੱਲਾਂ ਇਹ ਸਾਰੀਆਂ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ, ਫਿਰ ਹੀ ਤੁਹਾਨੂੰ MCQ ਕੋਈ ਵੀ ਪੁੱਛਿਆ ਜਾ ਸਕਦਾ ਹੈਗਾ ਪੇਪਰਾਂ ਵਿੱਚ। ਇਹਦਾ ਬਿਰਤਾਂਤ ਵੀ ਪੁੱਛ ਸਕਦੇ ਮਿਰਜ਼ਾ ਸਾਹਿਬਾ ਦਾ ਕਿੱਸਾ ਜਿਹੜਾ ਪੀਲੂ ਦਾ ਹੈਗਾ, ਉਸ ਦਾ ਬਿਰਤਾਂਤ ਸੂਤਰਕ ਤੇ ਨਾਟਕੀ ਹੈਗਾ। ਤੇ ਕਿੱਸੇ ਵਿੱਚ ਵੀਰ ਪ੍ਰਧਾਨ ਤੇ ਪ੍ਰੇਮ ਪ੍ਰਧਾਨ ਹੈਗਾ। ਕਿੱਸਾ ਜਿਹੜਾ ਹੈਗਾ ਵੀਰ ਪ੍ਰਧਾਨ ਵੀ ਹੈ ਤੇ ਪ੍ਰੇਮ ਪ੍ਰਧਾਨ ਵੀ ਹੈ, ਪ੍ਰੇਮ ਨੂੰ ਵੀ ਦਿਖਾਇਆ ਗਿਆ ਹੈਗਾ। ਇਸ ਤੋਂ ਇਲਾਵਾ ਇਸ ਕਿੱਸੇ ਦਾ ਜਿਹੜਾ ਆਰੰਭ ਹੁੰਦਾ ਹੈਗਾ ਉਹ ਸਾਹਿਬਾ ਦੀ ਸੁੰਦਰਤਾ ਤੋਂ ਹੁੰਦਾ ਹੈਗਾ ਤੇ ਅੰਤ ਹੁੰਦਾ ਹੈਗਾ ਜਿਹੜਾ ਉਹ ਮਿਰਜ਼ੇ ਦੀ ਮੌਤ ਤੋਂ ਹੁੰਦਾ ਹੈਗਾ। ਇਹ ਵੀ ਯਾਦ ਰੱਖਣਾ ਹੈਗਾ। ਇਸ ਤੋਂ ਇਲਾਵਾ ਇਸ ਵਿੱਚ 47 61 ਸੰਦ ਹਨ, ਸੱਦ ਹਨ, ਇਹ ਵੀ ਯਾਦ ਰੱਖਣਾ ਹੈਗਾ। ਜਿਹੜਾ ਮਿਰਜ਼ਾ ਸਾਹਿਬਾ ਹੈਗਾ ਉਹ ਕਿਹੜੇ ਰੂਪ ਵਿੱਚ ਲਿਖਿਆ ਗਿਆ, ਸੱਦ ਕਾਵਿ ਰੂਪ ਵਿੱਚ ਲਿਖਿਆ ਗਿਆ ਹੈਗਾ। ਇਸ ਤੋਂ ਇਲਾਵਾ ਇਸ ਕਿੱਸੇ ਵਿੱਚ ਜ਼ਿਆਦਾਤਰ ਰਾਵੀ ਦਰਿਆ ਦਾ ਜ਼ਿਕਰ ਕੀਤਾ ਗਿਆ ਹੈਗਾ, ਰਾਵੀ ਦਰਿਆ ਦਾ ਜ਼ਿਕਰ ਕੀਤਾ ਗਿਆ ਦਾ ਜ਼ਿਕਰ ਹੈਗਾ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਤਾਂ ਇਹ ਸੀਗੀਆਂ ਕੁਝ ਮਿਰਜ਼ਾ ਸਾਹਿਬਾ ਦੀਆਂ ਵਿਸ਼ੇਸ਼ਤਾਵਾਂ, ਜਿਹੜਾ ਪੀਲੂ ਦਾ ਕਿੱਸਾ ਹੈਗਾ। ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈਗਾ ਕਿ ਜਿਹੜਾ ਮਿਰਜ਼ਾ ਸਾਹਿਬਾ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦੇ ਤੋਂ ਵੀ MCQ ਪੁੱਛ ਸਕਦੇ ਆ ਕਿ ਮਿਰਜ਼ਾ ਜਿਹੜਾ ਸੀਗਾ ਉਹ ਕਿਹੜੀ ਜਾਤੀ ਦਾ ਸੀ। ਖਰਲ ਜੱਟ ਸਿੱਖ ਜਾਤੀ ਦਾ ਸੀਗਾ, ਜੱਟ ਜਾਤੀ ਦਾ ਸੀਗਾ, ਖਰਲ ਜੱਟ ਜਾਤੀ ਦਾ ਸੀਗਾ, ਇਹ ਯਾਦ ਰੱਖਣਾ ਹੈਗਾ। ਇਸ ਦੇ ਪਿਤਾ ਦਾ ਨਾਂ ਸੀਗਾ ਜਿਹੜਾ ਮਿਰਜ਼ੇ ਦੇ, ਉਹ ਸੀਗਾ ਵੰਜਲ। ਇਹਨੂੰ ਵੰਜਲ ਵੀ ਕਹਿੰਦੇ ਹੈਗੇ ਆ ਤੇ ਕਈ ਵਾਰੀ ਇਹਨੂੰ ਬਿੰਜਲ ਵੀ ਕਹਿੰਦੇ ਹੈਗੇ ਆ। ਜ਼ਿਆਦਾਤਰ ਵੰਜਲ ਹੀ ਕਹਿੰਦੇ ਸੀਗੇ ਇਹਦੇ ਪਿਤਾ ਨੂੰ। ਤੇ ਇਹਦੀ ਜਿਹੜੀ ਮਾਤਾ ਸੀਗੀ ਉਹਦਾ ਨਾਂ ਖੀਵੀ ਸੀਗਾ। ਜਦੋਂ ਮਿਰਜ਼ਾ, ਇਸ ਤੋਂ ਇਲਾਵਾ ਸਾਹਿਬਾ ਬਾਰੇ ਵੀ ਦੱਸ ਦਿੰਦੇ ਹਾਂ। ਜਿਹੜਾ ਸਾਹਿਬਾ ਸੀਗੀ, ਇਸ ਤੋਂ ਇਲਾਵਾ ਆਪਾਂ ਮਿਰਜ਼ੇ ਦੇ ਪਿੰਡ ਬਾਰੇ ਦੱਸਿਆ। ਮਿਰਜ਼ੇ ਦਾ ਪਿੰਡ ਸੀ ਦਾਨਾਬਾਦ, ਇਹ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈਗਾ। ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਨਹੀਂ ਪਾਕਿਸਤਾਨ ਵਿੱਚ, ਉਸ ਤੋਂ 19 ਕਿਲੋਮੀਟਰ ਦੂਰ ਇਹਨਾਂ ਦੀ ਕਬਰ ਬਣੀ ਹੋਈ ਹੈ ਮਿਰਜ਼ਾ ਸਾਹਿਬਾ ਦੀ, ਦਾਨਾਬਾਦ, ਖਰਲ ਵੱਜਦਾ ਹੈਗਾ। ਇਸ ਤੋਂ ਇਲਾਵਾ ਸਾਹਿਬਾ ਜਿਹੜੀ ਸੀਗੀ ਉਹ ਸੀ ਪਿੰਡ ਜੰਗ ਸਿਆਲ ਦੀ,
ਇਹਨੂੰ ਜੰਗ ਸਿਆਲ ਵੀ ਕਹਿੰਦੇ, ਝੰਗ ਸਿਆਲ ਵੀ ਕਹਿੰਦੇ ਹੈਗੇ ਆ। ਜ਼ਿਆਦਾਤਰ ਇਹਨੂੰ ਜੰਗ ਹੀ ਕਹਿੰਦੇ ਆ। ਜੰਗ ਸਿਆਲ ਦੀ ਪਿੰਡ ਦੀ ਸੀਗੀ ਇਹ। ਇਸ ਦੇ ਪਿਤਾ ਦਾ ਨਾਂ ਸੀ ਖੀਵੇ ਖਾਨ। ਇਹਦੇ 2 ਬ੍ਰਦਰ ਸੀਗੇ। ਇਹ ਤੁਸੀਂ ਯਾਦ ਰੱਖਣਾ ਹੈਗਾ। ਹੁਣ ਆਪਾਂ ਇਹਨਾਂ ਦੀ ਸਟੋਰੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੈਗੇ ਆ। ਜਿਹੜਾ ਖੀਵੇ ਖਾਨ ਸੀਗਾ, ਉਹਦੀ ਭੈਣ ਦਾ ਨਾਂ ਕੀ ਸੀਗਾ? ਖੀਵੀ ਸੀਗਾ। ਜਾਣੀ ਕਿ ਮਿਰਜ਼ੇ ਦਾ ਇਹ ਖੀਵੇ ਖਾਨ ਮਾਮਾ ਲੱਗਦਾ ਸੀਗਾ। ਤੇ ਮੁਸਲਮਾਨਾਂ ਵਿੱਚ ਰਿਵਾਜ ਹੈਗਾ ਕਿ ਮਾਮੇ ਦੀ ਕੁੜੀ ਨਾਲ ਉਹ ਕੀ ਕਰ ਸਕਦੇ ਆ? ਵਿਆਹ ਕਰਵਾ ਸਕਦੇ ਆ। ਭੂਆ ਦੀ ਕੁੜੀ ਨਾਲ ਵੀ ਕਰਵਾ ਸਕਦੇ ਹੁੰਦੇ ਆ, ਮਾਮੇ ਦੀ ਕੁੜੀ ਨਾਲ ਵੀ ਕਰਵਾ ਸਕਦੇ ਹੁੰਦੇ ਆ। ਤਾਂ ਮਿਰਜ਼ਾ ਜਦੋਂ 5 ਸਾਲਾਂ ਦਾ ਸੀ, ਉਦੋਂ ਇਸ ਦੇ ਪਿਤਾ ਵੰਜਲ ਦੀ ਮੌਤ ਹੋ ਜਾਂਦੀ ਹੈਗੀ ਹੈ। ਜਦੋਂ ਵੰਜਲ ਦੀ ਇਹਦੀ ਮੌਤ ਹੋ ਗਈ, ਉਹਦੇ ਪਿਤਾ ਦੀ, ਤਾਂ ਉਹਦੀ ਮਾਂ ਜਿਹੜੀ ਖੀਵੀ ਹੁੰਦੀ ਆ, ਉਹ ਬਹੁਤ ਹੀ ਉਦਾਸ ਰਹਿਣ ਲੱਗ ਜਾਂਦੀ ਹੈਗੀ ਆ। ਤੇ ਉਸਦਾ ਜਿਹੜਾ ਭਰਾ ਹੁੰਦਾ ਖੀਵੀ ਦਾ, ਖੀਵੇ ਖਾਨ, ਉਹ ਲੈ ਜਾਂਦਾ ਹੈਗਾ ਕਿਹਨੂੰ? ਮਿਰਜ਼ੇ ਨੂੰ ਆਪਣੇ ਕੋਲ ਲੈ ਜਾਂਦਾ ਹੈਗਾ ਨਾਨਕੇ ਪਿੰਡ ਜੰਗ ਸਿਆਲ 'ਚ। ਤੇ ਉੱਥੇ ਇਕੱਠੇ ਹੀ ਮਿਰਜ਼ਾ ਸਾਹਿਬਾ ਪੜ੍ਹਦੇ ਹਨ, ਕਿਉਂਕਿ ਜਿਹੜਾ ਖੀਵੇ ਖਾਨ ਸੀ ਉਸਦੇ 2 ਪੁੱਤਰ ਤੇ ਇੱਕ ਛੋਟੀ ਧੀ ਸੀ। ਜਿਹੜੀ ਸਾਹਿਬਾ ਸੀਗੀ ਉਹ ਛੋਟੀ ਸੀਗੀ, ਤੇ ਸਾਹਿਬਾ ਤੇ ਜਿਹੜਾ ਮਿਰਜ਼ਾ ਸੀਗਾ ਉਹ ਇੱਕ ਉਮਰ ਦੇ ਸੀਗੇ। ਇਕੱਠੇ ਉਹ ਮਸੀਤ ਵਿੱਚ ਜਾਂਦੇ ਹਨ, ਇਕੱਠੇ ਉਹ ਪੜ੍ਹਦੇ ਹਨ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ ਤੇ ਸਾਲਾਂ ਦੇ ਸਾਲ ਗੁਜ਼ਰ ਜਾਂਦੇ ਹਨ। ਦੋਵੇਂ ਜਵਾਨ ਹੋ ਜਾਂਦੇ ਹਨ ਤੇ ਦੋਨਾਂ ਹੀ ਇਕੱਠੇ ਖੇਡਦੇ ਸੀਗੇ। ਤੇ ਉਹਨਾਂ ਵਿੱਚ ਕੀ ਹੋ ਗਿਆ? ਉਹਨਾਂ ਦੋਨਾਂ ਵਿੱਚ ਪਿਆਰ ਹੋਣ ਲੱਗ ਪਿਆ ਤੇ ਦੋਵੇਂ ਹੀ ਇੱਕ ਦੂਜੇ ਨੂੰ ਸਮਝਣ ਲੱਗ ਪਏ। ਤੇ ਜਦੋਂ ਉਹ ਜਵਾਨ ਹੋਏ ਤੇ ਲੋਕਾਂ ਨੂੰ, ਜਿਹੜੇ ਬੇਮੁਹੱਬਤੇ ਸਮਾਜ ਨੂੰ, ਉਹਨਾਂ ਦੀ ਜਿਹੜੀ ਮੁਹੱਬਤ ਸੀਗੀ ਉਹ ਵਧੀਆ ਨਹੀਂ ਲੱਗੀ ਤੇ ਉਹਨਾਂ ਨੇ ਉਹਨਾਂ ਦੀਆਂ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਜਦੋਂ ਖੀਵੇ ਖਾਨ ਨੂੰ ਪਤਾ ਲੱਗਾ ਤਾਂ ਖੀਵੇ ਖਾਨ ਨੇ ਕੀ ਕੀਤਾ? ਖੀਵੇ ਖਾਨ ਨੇ ਮਿਰਜ਼ੇ ਨੂੰ ਉਸ ਦੇ ਪਿੰਡ ਦਾਨਾਬਾਦ ਵਿੱਚ ਭੇਜ ਦਿੱਤਾ ਸੀਗਾ। ਬਾਅਦ ਵਿੱਚ ਹੀਰ ਦਾ ਜਿਹੜੀ ਸੀਗੀ ਆਪਣੀ ਸਾਹਿਬਾ, ਉਸ ਦਾ ਸ਼ਾਦੀ ਤੈਅ ਕਰ ਦਿੱਤੀ। ਤੇ ਸਾਹਿਬਾ ਨੇ ਇੱਕ ਚਿੱਠੀ ਰਾਹੀਂ ਮਿਰਜ਼ੇ ਨੂੰ ਦੱਸਿਆ ਕਿ ਉਸ ਦਾ ਕੱਲ੍ਹ ਨੂੰ ਵਿਆਹ ਹੈਗਾ। ਅੱਜ ਬਰਾਤ ਸਾਰੇ ਆਏ ਬੈਠੇ ਸੀ ਨਾਨਕਾ ਮੇਲ, ਤੇ ਉਹ ਉਸ ਨੂੰ ਭਜਾ ਕੇ ਲੈ ਜਾਵੇ, ਨਹੀਂ ਤਾਂ ਉਹ ਮਰ ਜਾਵੇਗੀ। ਉਹ ਕਹਿੰਦੀ ਹੈ ਕਿ ਮੇਰੀ ਸ਼ਾਦੀ ਜੇ ਤੇਰੇ ਨਾਲ ਨਾ ਹੋਈ ਤਾਂ ਮੇਰੀ, ਕਹਿੰਦੀ, ਲਾਸ਼ ਨਾਲ ਹੀ ਹੋਊਗੀ ਸ਼ਾਦੀ ਫਿਰ। ਤਾਂ ਮਿਰਜ਼ਾ ਡਰ ਜਾਂਦਾ ਹੈਗਾ ਤੇ ਮਿਰਜ਼ਾ ਸਾਰਾ ਕੁਝ ਤੀਰ ਤੂਰ ਲੈ ਕੇ ਸਾਹਿਬਾ ਨੂੰ ਕੱਢਣ ਲਈ ਤੁਰ ਪੈਂਦਾ ਹੈਗਾ। ਉਸ ਨੂੰ ਰੋਕਦਾ ਹੈਗਾ, ਉਹਦਾ ਪਿਤਾ ਵੀ ਰੋਕਦਾ ਹੈਗਾ, ਉਹਦੀ ਭਰਜਾਈ ਵੀ ਰੋਕਦੀ ਹੈਗੀ ਆ ਵੀ ਉਹਦੇ ਨਾਲੋਂ ਵੀ ਤੈਨੂੰ ਸੋਹਣੀ ਕੁੜੀ ਲੱਭ ਕੇ ਦੇਵਾਂਗੇ। ਪਰੰਤੂ ਮਿਰਜ਼ਾ ਨਹੀਂ ਮੰਨਦਾ ਤੇ ਉਹ ਕੀ ਕਰਦਾ ਹੈਗਾ? ਸਾਹਿਬਾ ਕੋਲ ਪਹੁੰਚ ਜਾਂਦਾ ਹੈਗਾ। ਇਸ ਸਮੇਂ ਉਹ ਮਿਰਜ਼ਾ ਜਿਹੜਾ ਸੀਗਾ, ਉਹ ਦੀਪੋ ਨਾਂ ਦੀ ਬੁੜੀ ਨੂੰ ਸਾਹਿਬਾ ਕੋਲ ਸੁਨੇਹਾ ਭੇਜਦਾ ਹੈਗਾ। ਇਹ ਯਾਦ ਰੱਖਣਾ ਹੈਗਾ। ਜਿਹੜੀ ਚਿੱਠੀ ਭੇਜੀ ਸੀਗੀ ਵੀ ਤੈਨੂੰ ਕੱਢ ਕੇ ਲੈਣ ਆ ਰਿਹਾ ਹੈਗਾ, ਉਹ ਕਿਹਨੂੰ ਫੜਾਈ ਸੀ? ਉਹਨੇ ਦੀਪੋ ਨੂੰ ਫੜਾਈ ਸੀ। ਇਹ ਵੀ MCQ ਪੁੱਛ ਸਕਦੇ ਹੈਗੇ ਆ। ਤੇ ਦੀਪੋ ਨੇ ਗਾਂ ਜਿਹੜੇ ਨੇ ਸੁਨੇਹਾ ਦਿੱਤਾ ਸੀ ਸਾਹਿਬਾ ਨੂੰ, ਉਹ ਸੀਗਾ ਕਰਮੋ ਬ੍ਰਾਹਮਣ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਕਰਮੋ ਬ੍ਰਾਹਮਣ ਨੇ ਅੱਗੇ ਜਾ ਕੇ ਉਸ ਨੂੰ ਸੁਨੇਹਾ ਦਿੱਤਾ ਸੀ ਕਿ ਮਿਰਜ਼ਾ ਆ ਰਿਹਾ ਹੈਗਾ। ਬਾਅਦ ਵਿੱਚ ਮਿਰਜ਼ਾ ਉਸ ਨੂੰ ਕੱਢ ਕੇ ਜਦੋਂ ਲੈ ਜਾਂਦਾ ਹੈਗਾ, ਤੇ ਉਦੋਂ ਉਸ ਤੋਂ ਬਾਅਦ ਇੱਕ ਬੰਦਾ ਸੀ ਫਿਰੋਜ਼ ਡੋਗਰ, ਉਸਨੇ ਰੌਲਾ ਪਾਇਆ ਸੀਗਾ ਵੀ ਉਹ ਕੱਢ ਕੇ ਲੈ ਗਿਆ, ਉਧਾਲ ਕੇ ਲੈ ਗਿਆ। ਉਧਾਲ ਕਰਨਾ ਹੁੰਦਾ, ਕੱਢ ਕੇ ਲੈ ਜਾਣਾ। ਫਿਰੋਜ਼ ਡੋਗਰ ਨੇ ਰੌਲਾ ਪਾਇਆ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਜਦੋਂ ਮਿਰਜ਼ਾ ਸਾਹਿਬਾ ਨੂੰ ਕੱਢ ਕੇ ਲੈ ਜਾਂਦਾ ਹੈਗਾ ਤਾਂ ਫਿਰੋਜ਼ ਡੋਗਰ ਉਸ ਦੇ ਜਾਨ ਪਿੱਛੋਂ ਰੌਲਾ ਬਹੁਤ ਪਾਉਂਦਾ ਹੈਗਾ ਕਿ ਉਹ ਕੱਢ ਕੇ ਲੈ ਗਿਆ ਹੈ। ਫਿਰ ਜਦੋਂ ਉਹ ਰਸਤੇ ਵਿੱਚ ਜਾ ਰਿਹਾ ਹੁੰਦਾ ਮਿਰਜ਼ਾ ਸਾਹਿਬਾ, ਤਾਂ ਇੱਕ ਜੰਡ ਆਉਂਦਾ ਹੈਗਾ, ਉਸ ਦੇ ਥੱਲੇ ਮਿਰਜ਼ਾ ਆਰਾਮ ਕਰਨ ਲੱਗ ਜਾਂਦਾ ਹੈਗਾ। ਪਤਾ ਨਹੀਂ ਕਿਉਂ ਆਰਾਮ ਕਰਨ ਲੱਗ ਗਿਆ ਸੀ। ਪਿੰਡ ਵੀ ਉਹਦਾ ਨੇੜੇ ਹੀ ਸੀ ਉੱਥੋਂ। ਪਤਾ ਨਹੀਂ ਉਹ ਜਾਣਦਾ ਸੀ ਕਿ ਇੱਥੇ ਹੁਣ ਆ ਜਾਣਗੇ ਤੇ ਮੈਨੂੰ ਮਾਰ ਦੇਣਗੇ। ਤਾਂ ਉਹ ਜੰਡ ਥੱਲੇ ਆਰਾਮ ਕਰਨ ਲੱਗ ਜਾਂਦਾ ਹੈਗਾ। ਤੇ ਪੀਲੂ ਨੇ ਦੋਨਾਂ, ਮਿਰਜ਼ਾ ਸਾਹਿਬਾ ਦੋਨਾਂ ਦੀਆਂ ਕਮਜ਼ੋਰੀਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈਗਾ। ਪਹਿਲੀ ਤਾਂ ਸਾਹਿਬਾ ਵਿੱਚ ਇਹ ਕਮਜ਼ੋਰੀ ਸੀ ਕਿ ਉਹ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦੀ ਸੀ। ਦੂਜੀ ਜਿਹੜੀ ਕਮਜ਼ੋਰੀ ਸੀਗੀ ਉਹ ਮਿਰਜ਼ੇ ਦੀ ਸੀਗੀ, ਜਿਹੜਾ ਨਾਇਕ ਸੀਗਾ, ਕਿਉਂਕਿ ਉਹ ਬਹੁਤ ਹੰਕਾਰੀ ਸੀ। ਉਸ ਨੂੰ ਆਪਣੇ ਆਪ 'ਤੇ ਬਹੁਤ ਮਾਣ ਸੀ। ਕਿਸੇ ਪੀਲੂ ਨੇ ਵੀ ਲਿਖਿਆ ਹੈਗਾ, ਜਦੋਂ ਮਿਰਜ਼ਾ ਕਹਿੰਦਾ ਹੈਗਾ ਮੇਰੇ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ, ਤਾਂ ਉਹ ਆਪਣੇ ਆਪ ਨੂੰ ਬਹੁਤ ਘਮੰਡੀ ਸਮਝਦਾ ਸੀ। ਇਸ ਘਮੰਡ ਕਾਰਨ ਹੀ ਉਸ ਦੀ ਮੌਤ ਹੋਈ ਸੀਗੀ। ਜਦੋਂ ਇਹ ਕਮਜ਼ੋਰੀਆਂ ਦੇ ਕਰਕੇ ਜਦੋਂ
ਸਾਹਿਬਾਂ ਨੂੰ ਪਤਾ ਲੱਗਾ ਕਿ ਜੇਕਰ ਇਹ ਮੇਰੇ ਭਰਾਵਾਂ ਨੂੰ ਟੱਕਰ ਗਿਆ ਤਾਂ ਇਹ ਮੇਰੇ ਭਰਾਵਾਂ ਨੂੰ ਮਾਰ ਦੇਵੇਗਾ, ਤਾਂ ਉਸਨੇ ਉਸਦਾ ਜਿਹੜਾ ਤਰਕਸ ਸੀਗਾ, ਤਰਕਸ ਹੁੰਦਾ ਤੀਰਾਂ ਵਾਲਾ, ਮਿਰਜ਼ੇ ਕੋਲ 300 ਤੀਰ ਸੀਗੇ, ਉਹ ਤਰਕਸ ਜੰਡ 'ਤੇ ਟੰਗ ਦਿੱਤਾ ਅਤੇ ਹੌਲੀ ਹੌਲੀ ਉਸਦੇ ਭਰਾ ਅਤੇ ਜਿਹੜੇ ਉਹਦੇ ਮੰਗੇਤਰ ਸੀਗਾ ਉਹ ਆ ਗਏ ਅਤੇ ਉਹਨਾਂ ਨੇ ਘੇਰਾ ਪਾ ਲਿਆ ਕਿਹਨੂੰ, ਮਿਰਜ਼ੇ ਨੂੰ, ਅਤੇ ਉਸਨੂੰ ਉਸਦੇ ਟੋਟੇ ਟੋਟੇ ਕਰ ਦਿੱਤਾ। ਮਰਦਾ ਮਰਦਾ ਉਹ ਸਾਹਿਬਾਂ ਨੂੰ ਕੋਸਣ ਲੱਗਾ ਕਿ ਤੂੰ ਕਿਉਂ ਮੇਰਾ ਤੀਰ ਟੰਗਿਆ ਸੀਗਾ, ਨਹੀਂ ਤਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਹੀ ਮਾਰ ਦੇਣਾ ਸੀ ਜਿਹੜੇ ਸਿਆਰ ਸੀਗੇ, ਜੇ ਚੰਦੜ ਸੀਗੇ, ਚੰਦੜ ਜਿੱਥੇ ਉਹ ਮੰਗੀ ਹੋਈ ਸੀਗੀ। ਤਾਂ ਬਾਅਦ ਵਿੱਚ ਸਾਹਿਬਾਂ ਨੇ ਵੀ ਇੱਕ ਕਟਾਰ ਸੀਗੀ, ਕਟਾਰ ਮਤਲਬ ਹੁੰਦਾ ਇੱਕ ਛੁਰਾ, ਉਹ ਮਾਰ ਕੇ ਆਪਣੇ ਆਪ ਦੀ ਹੱਤਿਆ ਕਰ ਲਈ ਅਤੇ ਉਹ ਵੀ ਮਿਰਜ਼ੇ ਦੇ ਉੱਤੇ ਡਿੱਗ ਕੇ ਮਰ ਗਈ। ਤਾਂ ਇਸ ਤਰ੍ਹਾਂ ਇਹ ਸਟੋਰੀ ਸੀਗੀ। ਤੁਸੀਂ ਇਹ ਵੀ ਯਾਦ ਰੱਖਣਾ ਹੈਗਾ ਕਿ ਜਿਹੜਾ ਸਾਹਿਬਾਂ ਦਾ ਮੰਗੇਤਰ ਸੀ ਉਸ ਦਾ ਨਾਂ ਸੀ ਤਾਹਿਰ ਖਾਨ। ਤਾਹਿਰ ਖਾਨ ਇਹ ਮੰਗੇਤਰ ਸੀਗਾ ਕਿਹਦਾ, ਸਾਹਿਬਾਂ ਦਾ। ਇੱਕ ਤੁਸੀਂ ਸਾਹਿਬਾਂ ਦੇ ਭਰਾ ਦਾ ਨਾਂ ਵੀ ਯਾਦ ਰੱਖਣਾ ਹੈਗਾ, ਇੱਕ ਭਰਾ ਦਾ ਨਾਂ ਸੀ ਉਹਦਾ ਸਮੀਰ। ਤਾਂ ਇਸ ਤਰ੍ਹਾਂ ਜਿਹੜੀ ਇਹ ਕਹਾਣੀ ਸੀਗੀ ਉਹ ਖਤਮ ਹੋ ਗਈ। ਤਾਹਿਰ ਖਾਨ ਕਿਹੜੀ ਜਾਤ ਦਾ ਸੀਗਾ, ਚੰਦੜ ਸੀਗੇ, ਚੰਦੜਾ ਨਾਲ ਮੰਗੀ ਹੋਈ ਸੀ। ਚੰਦੜ ਤੇ ਸਿਆਲਾਂ ਦੋਨਾਂ ਨੇ ਹੀ ਮਿਲ ਕੇ ਮਿਰਜ਼ੇ ਨੂੰ ਕੀ ਕੀਤਾ ਸੀ, ਮਾਰ ਦਿੱਤਾ ਸੀਗਾ। ਤਾਂ ਹੁਣ ਆਪਾਂ ਇਹ ਤਾਂ ਸਟੋਰੀ ਤੁਹਾਨੂੰ ਦੱਸਤੀ ਮਿਰਜ਼ਾ ਸਾਹਿਬਾ ਦੀ, ਇਸ ਵਿੱਚੋਂ ਵੀ MCQ ਪੁੱਛੇ ਜਾ ਸਕਦੇ ਹਨ। ਇਸ ਦੀ ਸਟੋਰੀ ਨੂੰ ਵੀ ਤੁਹਾਨੂੰ ਪੜ੍ਹਨਾ ਜ਼ਰੂਰੀ ਹੈਗਾ। ਪਹਿਲਾਂ ਆਪਾਂ ਪੀਲੂ ਦੇ ਮਿਰਜ਼ੇ ਸਾਹਿਬੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਸੀ, ਹੁਣ ਆਪਾਂ ਕੁਛ ਹੋਰ ਵਿਸ਼ੇਸ਼ਤਾਵਾਂ ਵੀ ਕਰ ਲੈਂਦੇ ਹੈਗੇ ਹਾਂ। ਹੁਣ ਆਪਾਂ ਕਰ ਲੈਂਦੇ ਹਾਂ ਪੀਲੂ ਬਾਰੇ ਕੁਛ ਜਾਣਕਾਰੀ ਵੀ ਹੋਣੀ ਜ਼ਰੂਰੀ ਹੈਗੀ ਆ। ਜਿਹੜਾ ਪੀਲੂ ਸੀਗਾ ਇਹਦਾ ਜਨਮ ਹੋਇਆ ਸੀ ਪਿੰਡ ਵੈਰੋਵਾਲ, ਇਹ ਪੁੱਛ ਸਕਦੇ ਹੈਗੇ ਆ, ਪਿੰਡ ਸੀ ਵੈਰੋਵਾਲ, ਅਤੇ ਜਿਹੜੀ ਜ਼ਿਲ੍ਹਾ ਸੀਗਾ, ਜ਼ਿਲ੍ਹਾ ਸੀ ਅੰਮ੍ਰਿਤਸਰ, ਅਤੇ ਜਿਹੜੀ ਤਹਿਸੀਲ ਸੀਗੀ ਪੀਲੂ ਦੇ ਜਨਮ ਵਾਲੀ ਉਹ ਸੀ ਤਰਨ ਤਾਰਨ। ਇਹ ਯਾਦ ਰੱਖਣਾ ਹੈਗਾ, ਤਰਨ ਤਾਰਨ। ਤਾਂ ਪਿੰਡ ਸੀ ਵੈਰੋਵਾਲ 'ਚ ਇਹਦਾ ਜਨਮ ਹੋਇਆ ਸੀ। ਇਹ ਸਾਰੀ ਜਾਣਕਾਰੀ ਕਿਹਨੇ ਦਿੱਤੀ ਹੈਗੀ ਹੈ, ਇਹ ਦਿੱਤੀ ਹੈਗੀ ਹੈ ਡਾਕਟਰ ਜੀਤ ਸਿੰਘ ਸੀਤਲ ਨੇ। ਜੀਤ ਸਿੰਘ ਸੀਤਲ ਨੇ ਇਹ ਰਾਈਟਰ ਹੈਗਾ, ਇਸ ਨੇ ਲਿਖਿਆ ਗਿਆ ਪੀਲੂ ਬਾਰੇ ਵੀ ਇੱਥੋਂ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਕਹਾ ਹੈ ਕਿ ਜਿਹੜਾ ਪੀਲੂ ਸੀਗਾ ਉਹ ਸ਼ਾਹ ਅਟਾਰੀ ਦੀ ਕੋਲ ਇਹਦਾ ਜਨਮ ਹੋਇਆ ਸੀ। ਉਹਨੇ ਐਂ ਕਿਹਾ ਹੈਗਾ ਡਾਕਟਰ ਮੋਹਨ ਸਿੰਘ ਦੀਵਾਨਾ ਨੇ, ਇਹ ਵੀ ਲਿਖ ਦਿੰਦੇ ਆਪਾਂ। ਜ਼ਿਆਦਾਤਰ ਉਤਲੀ ਡੇਟ ਸਹੀ ਹੈਗੀ ਹੈ, ਪਰ ਕਈ ਵਾਰੀ ਤੁਹਾਨੂੰ ਐਂ ਵੀ ਪੁੱਛ ਸਕਦੇ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਇੱਥੇ ਜਨਮ ਦੱਸਿਆ ਗਿਆ ਹੈਗਾ ਉਹ ਸਾਰ ਅਟਾਰੀ ਦੀ, ਉੱਥੇ ਜਨਮ ਹੋਇਆ ਸੀ। ਇੱਕ ਤੁਹਾਨੂੰ ਦੱਸਿਆ ਹੈਗਾ ਪੀਲੂ ਜਿਹੜਾ ਸੀਗਾ ਉਹ ਅਰਜਨ ਤੇ ਅਕਬਰ ਤੇ ਜਹਾਂਗੀਰ ਦਾ ਸਮਕਾਲੀ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਸਭ ਤੋਂ ਪਹਿਲਾਂ ਕਿੱਸਾ ਕਿਹਨੇ ਲਿਖਿਆ ਸੀ, ਪੀਲੂ ਨੇ ਹੀ ਲਿਖਿਆ ਸੀ। ਇਸ ਤੋਂ ਇਲਾਵਾ ਇਸ ਦੀ ਡੈਥ ਸਾਦਲਬਾਰ ਵਿੱਚ ਹੋਈ ਸੀ, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਤਾਂ ਪੀਲੂ ਜਿਹੜਾ ਕਿੱਸਾ ਮਿਰਜ਼ਾ ਸਾਹਿਬਾ ਹੈਗਾ, ਇਸ ਨਾਲ ਸੰਬੰਧਿਤ ਕੁਝ ਬੁੱਕਾਂ ਵੀ ਮਿਲਦੀਆਂ ਹੈਗੀਆਂ ਜਿਹੜੀਆਂ ਲਿਖੀਆਂ ਗਈਆਂ ਹੈਗੀਆਂ, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਇਹ ਕਿੱਸਾ ਕੁਝ ਬੁੱਕਾਂ ਵਿੱਚ ਵੀ ਵਰਣਨ ਕੀਤਾ ਗਿਆ ਹੈਗਾ। ਕਿਹੜੀਆਂ ਕਿਹੜੀਆਂ ਬੁੱਕਾਂ ਹੈਗੀਆਂ, ਇੱਕ ਬੁੱਕ ਹੈਗੀ ਹੈ ਰੋਮਾਂਟਿਕ ਟੇਲਸ ਆਫ ਪੰਜਾਬ, ਇਹ ਜਿਹੜੀ ਬੁੱਕ ਹੈਗੀ ਆ ਇਹ ਹੈਗੀ ਆ ਸਵੀਨਟਰਨ ਦੀ। ਇਸ ਵਿੱਚ ਵੀ ਮਿਰਜ਼ਾ ਸਾਹਿਬਾ ਦੇ ਕਿੱਸੇ ਦਾ ਜ਼ਿਕਰ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਦੂਸਰੀ ਜਿਹੜੀ ਬੁੱਕ ਮਿਲਦੀ ਹੈਗੀ ਆ ਉਹ ਹੈਗੀ ਆ ਲੇਜੈਂਡਸ ਆਫ ਪੰਜਾਬ। ਇਹ ਜਿਹੜੀ ਬੁੱਕ ਹੈਗੀ ਆ ਉਹ ਹੈਗੀ ਆ ਇੱਕ ਈਸਟ ਇੰਡੀਅਨ ਕੰਪਨੀ ਸੀ, ਉਹਦਾ ਇੱਕ ਅਫਸਰ ਸੀਗਾ ਜੌਨ ਲਾਰੈਂਸ, ਜਿਹੜਾ ਲਾਹੌਰ ਦਰਬਾਰ ਵਿੱਚ ਸਭ ਤੋਂ ਪਹਿਲਾਂ ਆਇਆ ਸੀ, ਜੌਨ ਲਾਰੈਂਸ। ਇਹਦੀ ਬੁੱਕ ਹੈਗੀ ਆ ਲੇਜੈਂਡ ਆਫ
ਪੰਜਾਬ, ਇਹਦੇ ਵਿੱਚ ਵੀ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਤੀਜੀ ਜਿਹੜੀ ਜ਼ਿਕਰ ਕੀਤਾ ਗਿਆ ਹੈਗਾ ਉਹ ਹੈਗਾ ਬਾਵਾ ਬੁੱਧ ਤੇ ਬੀਹਾ ਬੋਲ ਵਿੱਚ ਵੀ ਮਿਰਜ਼ਾ ਸਾਹਿਬਾਂ ਕਿੱਸੇ ਦਾ ਜ਼ਿਕਰ ਕੀਤਾ ਗਿਆ। ਇਹ ਗੁਰਮੁਖੀ ਲਿਪੀ ਵਿੱਚ ਜ਼ਿਕਰ ਕੀਤਾ ਗਿਆ ਹੈ, ਇਹ ਵੀ ਤੁਸੀਂ ਯਾਦ ਰੱਖਣਾ ਗਿਆ। ਇਹ 3 ਬੁੱਕਾਂ ਮਿਲਦੀਆਂ ਹੈਗੀਆਂ। ਇਸ ਤੋਂ ਇਲਾਵਾ ਆਪਾਂ ਹੋਰ ਵੀ ਗੱਲ ਕਰ ਲੈਂਦੇ ਹੈਗੇ ਆ ਕਿ ਪੀਲੂ ਤੋਂ ਇਲਾਵਾ ਹਾਫਿਜ਼ ਬਰਖੁਰਦਾਰ ਨੇ, ਤੁਹਾਨੂੰ ਦੱਸਿਆ ਸੀਗਾ, ਹਾਫਿਜ਼ ਬਰਖੁਰਦਾਰ ਨੇ ਵੀ ਕਿੱਸਾ ਲਿਖਿਆ ਸੀ। ਕਿਹੜਾ ਲਿਖਿਆ ਸੀ? ਮਿਰਜ਼ਾ ਸਾਹਿਬਾਂ। ਪਰੰਤੂ ਉਸ ਦੇ ਕਿੱਸੇ ਵਿੱਚ ਪੀਲੂ ਨਾਲੋਂ ਵੱਖਰੇ ਬਿਆਨ ਮਿਲਦੇ ਹੈਗੇ ਆ, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਹਾਫਿਜ਼ ਲਿਖਦਾ ਹੈਗਾ, ਹਾਫਿਜ਼ ਨੇ ਇਹ ਦੱਸਿਆ ਸੀ ਕਿ ਜਦੋਂ ਮਿਰਜ਼ਾ ਵੱਢਿਆ ਜਾਂਦਾ ਹੈਗਾ ਕਹਿੰਦਾ, ਤਾਂ ਉਦੋਂ ਇੱਕ ਪੰਛੀ ਹੁੰਦਾ ਹੈਗਾ ਸਾਧਕ ਕੋਈ ਵੀ ਪੰਛੀ ਰੱਖ ਲਓ, ਸਾਧਕ ਹੁੰਦਾ ਸੁਨੇਹਾ ਦੇਣ ਵਾਲਾ। ਸਾਧਕ ਪੰਛੀ ਨੂੰ ਜਿਹੜੀ ਹੁੰਦੀ ਹੈ ਸਾਹਿਬਾ, ਉਹ ਸੁਨੇਹਾ ਭੇਜਦੀ ਹੈਗੀ ਆ ਕਿ ਉਹ ਪੀਲੂ ਕੋਲੇ ਜਾਵੇ ਤੇ ਉਸ ਨੂੰ ਕਿੱਸਾ ਲਿਖਣ ਲਈ ਆਖੇ। ਪਰੰਤੂ ਉੱਥੇ ਜਦੋਂ ਉਹ ਜਾਂਦਾ ਹੈਗਾ ਤਾਂ ਪੀਲੂ ਪਹਿਲਾਂ ਹੀ ਮਰ ਚੁੱਕਾ ਸੀ ਤੇ ਉਹ ਪੀਲੂ ਦੀ ਕਬਰ ਉੱਤੇ ਵੈਨ ਪਾਉਣ ਲੱਗ ਜਾਂਦਾ ਹੈਗਾ। ਤੇ ਹਾਫਿਜ਼ ਇਸ ਬਾਰੇ ਲਿਖਦਾ ਹੈ, ਜਾ ਰੋਨਾ ਪੀਲੂ ਦੀ ਗੌਰ ਤੇ ਬਾਣਾ ਬਤਰਸਹਾ, ਅੱਗੋਂ ਪੀਲੂ ਮੂੰਹ ਚੜ ਬੋਲਿਆ, ਕਾਂਗਾ ਮੁਸਲਮਾਨੀ ਜਾ। ਤਾਂ ਇਸ ਤੋਂ ਬਾਅਦ ਜਿਹੜਾ ਕਾਸਤ ਪੰਛੀ ਹੁੰਦਾ ਹੈਗਾ ਉਹ ਹਾਫਿਜ਼ ਬਰਖੁਰਦਾਰ ਕੋਲ ਜਾਂਦਾ ਹੈਗਾ ਤੇ ਉਸ ਦੇ ਦੱਸਣ ਉੱਤੇ ਹਾਫਿਜ਼ ਬਰਖੁਰਦਾਰ ਹੁੰਦਾ ਹੈਗਾ ਜਿਹੜਾ ਉਹ ਕਿੱਸਾ ਲਿਖਦਾ ਹੈਗਾ। ਇਹ ਸਭ ਕੁਝ ਗੱਲਾਂ ਕਿਹਨੇ ਲਿਖੀਆਂ ਗਈਆਂ? ਹਾਫਿਜ਼ ਬਰਖੁਰਦਾਰ ਨੇ ਲਿਖੀਆਂ ਹੈਗੀਆਂ। ਇਸ ਤੋਂ ਇਲਾਵਾ ਜਿਹੜਾ ਇਹ ਕਿੱਸਾ ਹੈਗਾ ਉਸ ਵਿੱਚ ਸਭ ਆਰੰਭ ਹੁੰਦਾ ਹੈਗਾ ਜਿਹੜਾ ਉਹ ਸਾਹਿਬਾ ਦੇ ਕਿਹਦੇ ਤੋਂ ਹੁੰਦਾ ਹੈਗਾ? ਜਨਮ ਤੋਂ ਹੁੰਦਾ ਹੈਗਾ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ, ਜਿਹੜਾ ਆਰੰਭ ਹੁੰਦਾ ਹੈਗਾ ਉਹ ਸਾਹਿਬਾ ਦੇ ਜਨਮ ਤੋਂ ਹੁੰਦਾ ਹੈਗਾ। ਤੇ ਉਹ ਲਿਖਦਾ ਹੈਗਾ ਪੀਲੂ, ਕਹਿੰਦਾ ਘਰ ਖੀਵੇ ਦੇ ਸਾਹਿਬਾ ਜੰਮੀ ਮੰਗਲਵਾਰ, ਡੋਮ ਸਹੋਲੇ ਗਾਮ ਦੇ ਖਾਨ ਖੀਵੇ ਦੇ ਬਾਰ। ਡੋਮ ਪਤਾ ਕਿਹਨੂੰ ਕਹਿੰਦੇ ਹੁੰਦੇ ਆ? ਮੁਸਲਮਾਨਾਂ ਨੂੰ ਕਹਿੰਦੇ ਆ। ਸੋਹਲੇ ਮੈਂ ਨਾ ਗੀਤ ਗਾਉਂਦੇ ਸੀਗੇ ਕਿਹਦੇ ਬਾਰ 'ਚ? ਖਾਨ ਖੀਵੇ ਦੇ 'ਚ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਮੰਗਲਵਾਰ ਨੂੰ ਜਨਮ ਹੋਇਆ ਸੀ। ਇਹ ਪੀਲੂ ਨੇ ਲਿਖਿਆ ਹੈਗਾ। ਇਸ ਤੋਂ ਇਲਾਵਾ ਪੀਲੂ ਨੇ ਇਸਤਰੀ ਜਾਤੀ ਦੀ ਭੰਡੀ ਵੀ ਕੀਤੀ ਹੈਗੀ ਆ ਆਪਣੇ ਕਿੱਸੇ ਵਿੱਚ। ਕਿਵੇਂ ਕੀਤੀ ਹੈਗੀ ਆ? ਚੜ੍ਹਦੇ ਮਿਰਜ਼ੇ ਖਾਨ ਨੂੰ ਜੱਟ ਵੰਝਲ ਦਿੰਦਾ ਮੱਤ। ਜਦੋਂ ਮਿਰਜ਼ਾ ਕੱਢਣ ਲਈ ਜਾ ਰਿਹਾ ਸੀ ਤਾਂ ਉਸਦੇ ਪਿਤਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਭੱਠ ਰੰਨਾਂ ਦੀ ਦੋਸਤੀ ਖੁਰਜਨਾਂ ਦੀ ਮੱਤ, ਹੱਸ ਹੱਸ ਲਾਵਣ ਯਾਰੀਆਂ, ਰੋ ਰੋ ਦਿੰਦੀਆਂ ਦੱਸ, ਲੱਥੀ ਹੱਥ ਨਾ ਆਮਦੀ ਦਾਨਸ਼ਮੰਦਾਂ ਦੀ ਮੱਤ। ਇਹ ਇਸਤਰੀ ਦੀ ਕੀ ਕੀਤੀ ਹੈਗੀ ਆ? ਭੰਡੀ ਕੀਤੀ ਹੈਗੀ। ਕਿਹਨੇ? ਪੀਲੂ ਨੇ। ਕਿਹਦੇ ਵਿੱਚ? ਆਪਣੇ ਕਿੱਸੇ ਵਿੱਚ। ਇਸ ਤੋਂ ਇਲਾਵਾ ਪੀਲੂ ਨੇ ਜੱਟ ਸੱਭਿਅਤਾ ਦਾ ਜ਼ਿਕਰ ਵੀ ਕੀਤਾ ਹੈਗਾ। ਉਸਨੇ ਲਿਖਿਆ ਹੈਗਾ, ਬਾਂਝ ਭਰਾਵਾਂ ਜੱਟ ਮਾਰਿਆ ਕੋਈ ਨਾ ਮਿਰਜ਼ੇ ਸੰਗ। ਇਸ ਤੋਂ ਪਤਾ ਲੱਗਦਾ ਹੈਗਾ ਕਿ ਪੀਲੂ ਨੇ ਆਪਣੇ ਕਿੱਸੇ ਵਿੱਚ ਜੱਟ ਸੱਭਿਅਤਾ ਦਾ ਵੀ ਜ਼ਿਕਰ ਕੀਤਾ ਹੈਗਾ। ਇਸ ਤੋਂ ਇਲਾਵਾ ਪੀਲੂ ਨੇ ਇੱਕ ਹੋਰ ਵੀ ਲਿਖਿਆ ਹੈਗਾ, ਪੜ੍ਹਾਈ ਕਰਦੇ ਸਮੇਂ ਇਸ਼ਕ। ਉਸਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਪੜ੍ਹਾਈ ਕਰਦੇ ਸਮੇਂ ਇਸ਼ਕ ਹੋ ਗਿਆ ਸੀਗਾ ਦੋਨਾਂ ਦਾ, ਸਾਹਿਬਾ ਤੇ ਮਿਰਜ਼ਾ ਦਾ। ਉਹ ਲਿਖਦਾ ਹੈਗਾ, ਸਾਹਿਬਾ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ, ਵਿੱਚ ਮਸੀਤਾਂ ਦੇ ਲੱਗੀਆਂ ਜਾਣੇ ਕੁਲ ਜਹਾਨ, ਨਾ ਮਾਰ ਕਾਜੀ ਸ਼ਮਕਾਂ, ਨਾ ਦੇ ਤੱਤੀ ਤਾਂ, ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾ। ਕਹਿੰਦੇ ਹਨ ਕਿ ਇੱਕ ਵਾਰੀ ਜਿਹੜਾ ਕਾਜੀ ਪੜ੍ਹਾਉਂਦਾ ਸੀ ਮਸੀਤ 'ਚ, ਉਹ ਮਿਰਜ਼ੇ ਨੂੰ ਕੀ ਕਰਨ ਲੱਗ ਗਿਆ ਸੀ? ਸ਼ਮਕਾਂ ਮਾਰਨ ਲੱਗ ਗਿਆ ਸੀ। ਪੜ੍ਹਦਾ ਨਹੀਂ ਸੀ ਮਿਰਜ਼ਾ। ਤਾਂ ਕਹਿੰਦੇ ਹਨ ਕਿ ਨਿਸ਼ਾਨ ਤਾਂ ਕੁੱਟ ਤਾਂ ਮਿਰਜ਼ੇ ਦੇ ਪਈ ਜਾਂਦੀ ਸੀ ਤੇ ਜਿਹੜੇ ਸਾਹਿਬਾ ਸੀਗੀ ਜਿਹੜੀ ਉਹਦੇ ਨਿਸ਼ਾਨ ਪੈ ਗਏ ਸੀ ਹੱਥਾਂ ਤੇ। ਇਸ ਤੋਂ ਪਤਾ ਲੱਗਦਾ ਹੈਗਾ ਕਿ ਦੋਨਾਂ ਵਿੱਚ ਕਾਫੀ ਪਿਆਰ ਸੀ। ਇਸ ਤੋਂ ਇਲਾਵਾ ਕਿੱਸੇ ਵਿੱਚ ਪੀਲੂ ਨੇ ਮਿਰਜ਼ਾ ਤੇ ਸਾਹਿਬਾ ਦੇ ਜਾਦੂ ਦਾ ਵੀ ਵਰਣਨ ਕੀਤਾ ਹੈਗਾ। ਮਿਰਜ਼ੇ ਤੇ ਸਾਹਿਬਾ ਦਾ ਜਾਦੂ ਵੀ ਸੀਗਾ। ਕਿਵੇਂ ਸੀਗਾ? ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ, ਗਜ ਗਜ ਲੰਮੀਆਂ ਮੀਡੀਆਂ, ਰੰਗ ਜੋ ਗੋਰਾ ਸੀ, ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ। ਤਾਂ ਇਸ ਤੋਂ ਪਤਾ ਲੱਗਦਾ ਹੈਗਾ ਮਿਰਜ਼ਾ ਕਿੰਨਾ ਉਹਦੇ ਤੇ ਕੀ ਕਰਦਾ ਸੀ? ਮਰਦਾ ਸੀਗਾ। ਮੀਟਿੰਗਾਂ ਕੀਤੀਆਂ ਹੁੰਦੀਆਂ ਸੀ ਉਹਦੇ। ਅੱਜ ਕੱਲ੍ਹ ਤਾਂ
ਕੁੜੀਆਂ ਪੌਣੀਆਂ ਕਰਦੀਆਂ ਹੈਗੀਆਂ। ਤਾਂ ਹੋਰ ਇਸ ਤੋਂ ਇਲਾਵਾ ਸਾਹਿਬਾ ਦੀ ਸੁੰਦਰਤਾ ਦਾ ਵੀ ਜ਼ਿਕਰ ਕੀਤਾ ਹੈਗਾ ਪੀਲੂ ਨੇ। ਕਿਵੇਂ ਸੁੰਦਰਤਾ ਦਾ ਜ਼ਿਕਰ ਕੀਤਾ ਹੈਗਾ? ਸਾਹਿਬਾ ਗਈ ਤੇਲ ਨੂੰ ਗਈ ਪਸਾਰੀ ਦੀ ਹੱਟ, ਫੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ, ਤੇਲ ਭੁਲਾਵੇਂ ਭੁੱਲਾ ਬਾਣੀਆਂ ਦਿੱਤਾ ਸਹਿਦ ਉਲਟ। ਇਸ ਤੋਂ ਇਲਾਵਾ ਮਿਰਜ਼ੇ ਦੀ ਸੁੰਦਰਤਾ ਦਾ ਵੀ ਵਰਣਨ ਕੀਤਾ ਗਿਆ ਹੈਗਾ। ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ, ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ। ਇਹ ਖਰਲ ਜਾਤੀ ਦਾ ਸੀਗਾ, ਬਹੁਤ ਵਧੀਆ ਸੀ ਬੰਦਾ, ਸੋਹਣਾ ਸੁਨੱਖਾ ਸੀਗਾ। ਤੇ ਸਾਹਿਬਾ ਬਾਰੇ ਵੀ ਯਾਦ ਰੱਖਣਾ ਹੈਗਾ ਕਿ ਉਹ ਦੁਕਾਨ ਤੇ ਗਈ ਸੀ, ਕੀ ਲੈਣ ਗਈ ਸੀ? ਤੇਲ ਲੈਣ ਗਈ ਸੀਗੀ। ਤੇ ਉਹਦੀ ਸੁੰਦਰਤਾ ਨੂੰ ਦੇਖ ਕੇ ਜਿਹੜਾ ਬਾਣੀਆ ਸੀਗਾ ਉਹਨੇ ਕੀ ਉਲਟ ਦਿੱਤਾ ਸੀ? ਸ਼ਹਿਦ ਉਲਟ ਦਿੱਤਾ ਸੀ। ਇਹ ਵੀ MCQ ਪੁੱਛ ਸਕਦੇ ਹੈਗੇ ਕੀ ਉਲਟ ਦਿੱਤਾ ਸੀ ਉਹਨੇ। ਉਹ ਗੁੰਮ ਹੋ ਗਿਆ ਸੀ ਉਹਦੀ ਸੁੰਦਰਤਾ ਦੇਖ ਕੇ। ਜਦੋਂ ਮਿਰਜ਼ਾ ਮਰ ਜਾਂਦਾ ਹੈਗਾ ਤਾਂ ਮਿਰਜ਼ਾ ਸਾਹਿਬਾ ਨਾਲ ਗਿਲਾ ਵੀ ਕਰਦਾ ਹੈਗਾ ਵੀ ਤੂੰ ਤਾਂ ਚੰਗੀ ਕੀਤੀ, ਮੇਰੇ ਤੀਰ ਹੀ ਟੰਗ ਤੇ ਤਾਂ। ਤਾਂ ਕਿਵੇਂ ਗਿਲਾ ਕਰਦਾ ਹੈ? ਮੰਦਾ ਕੀਤਾ ਸੁਣ ਸਾਹਿਬਾ ਮੇਰਾ, ਤਰਕਸ਼ ਟੰਗਿਆ ਜੰਡ, 300 ਕਾਨੀ ਮਿਰਜ਼ੇ ਜਵਾਨ ਦੀ ਦਿੰਦਾ ਸਿਆਲਾਂ ਨੂੰ ਵੰਡ। ਤਾਂ ਤੁਸੀਂ ਯਾਦ ਰੱਖਣਾ ਕਿੰਨੀਆਂ ਕਾਨੀਆਂ ਸੀ ਉਹਦੇ ਕੋਲ, ਤੀਰ ਕਿੰਨੇ ਸੀ? 300 ਸੀਗੇ। ਕਹਿੰਦਾ ਜੇ ਤੂੰ ਨਾ ਟੰਗਦੀ ਤੇਰੇ ਭਰਾ ਭਰੂ ਤੇ ਜਿਹੜਾ ਤੇਰਾ ਮੰਗੇਤਰ ਸੀ ਤਾਹਿਰ ਖਾਨ, ਚੰਦੜ ਸੀ ਜਿਹੜੇ, ਉਹਨਾਂ ਨੂੰ ਕਹਿੰਦਾ ਵੰਡ ਦਿੰਦਾ, ਮੈਂ ਸਾਰਿਆਂ ਨੂੰ ਮਾਰ ਦਿੰਦਾ। 300 ਤਾਂ ਬੰਦੇ ਵੀ ਨਹੀਂ ਹੋਣੇ, ਉਹ 10-15 ਹੋਣਗੇ, ਤੀਰ ਤਾਂ ਵੱਜ ਜਾਣੇ ਸੀ। ਤੇ ਇਸ ਤੋਂ ਇਲਾਵਾ ਕਿੱਸਾ ਕਾਵਿ ਵਿੱਚ ਤੁਸੀਂ ਇਹ ਵੀ ਲਿਖਣਾ ਹੈਗਾ ਕਿ ਕਿੱਸਾ ਕਾਵਿ ਵਿੱਚ ਦਿਖਾਤ ਦਾ ਵਰਣਨ ਕੀਤਾ ਗਿਆ। ਸਭ ਤੋਂ ਪਹਿਲਾਂ ਜਿਹੜਾ ਦਿਖਾਤ ਵਰਤਿਆ ਹੈਗਾ ਪੀਲੂ ਨੇ ਆਪਣੇ ਕਿੱਸੇ ਵਿੱਚ ਵਰਤਿਆ ਸੀ ਦਿਖਾਤ, ਜਿਹੜਾ ਕਿ ਨਾਇਕ ਤੇ ਨਾਇਕਾ ਦੀ ਕਮਜ਼ੋਰੀ ਤੇ ਆਧਾਰਿਤ ਸੀਗਾ। ਇਸ ਤੋਂ ਇਲਾਵਾ ਅਹਿਮਦ ਯਾਰ ਨੇ ਯੂਸਫ ਜ਼ੁਲੇਖਾ ਵਿੱਚ ਵੀ ਪੀਲੂ ਦੀ ਤਾਰੀਫ ਕੀਤੀ ਹੈਗੀ ਆ ਆਪਣੇ ਕਿੱਸੇ ਵਿੱਚ। ਇਸ ਤੋਂ ਇਲਾਵਾ ਡਾਕਟਰ ਜੀਤ ਸਿੰਘ ਸੀਤਲ ਅਨੁਸਾਰ ਕਿੱਸੇ ਵਿੱਚ ਆਪੇ ਦਾ ਪ੍ਰਗਟਾਵਾ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਮੌਲਾ ਬਖਸ਼ ਕੁਸ਼ਤਾ ਅਨੁਸਾਰ ਕਲਾਮ ਵਿੱਚ ਜਿਹੜੀ ਹੈਗੀ ਆ ਉਹ ਸੋਚ ਤੇ ਰਵਾਨਗੀ ਹੈਗੀ। ਇਹ ਤੁਸੀਂ ਗੱਲਾਂ ਵੀ ਯਾਦ ਰੱਖਣੀਆਂ ਹੈਗੀਆਂ। ਤਾਂ ਇਹ ਸੀ ਅੱਜ ਦੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਤਾਂ ਜੋ ਮੇਰੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਥੈਂਕਸ ਫॉर ਵਾਚਿੰਗ ਵੀਡੀਓ।